डियर स्टूडेंट्स सारे प्यारे भाई सत श्री अकाल। प्यारे बच्चों ਤੁਹਾਡਾ स्वागत है ਤੁਹਾਡੇ अपने चैनल JS मैथ क्लासेस ਤੇ। ठीक है डियर स्टूडेंट्स ਆਪਾਂ कर रहे हैं जमात 8वीं ਦਾ मैथ ਜਿਹਦੇ ਵਿੱਚ ਚੈਪਟਰ ਨੰਬਰ 3 ਆਪਣਾ ਚੱਲ ਰਿਹਾ। ठीक है ਉਸ ਤੋਂ ਪਹਿਲਾਂ ਆਪਾਂ ਚੈਪਟਰ ਨੰਬਰ 3 ਦੇ ਵਿੱਚ ਚਤੁਰਭੁਜਾਵਾਂ ਦੀਆਂ ਕਿਸਮਾਂ ਬਾਰੇ डिटेल नाल एक वीडियो देखी। ठीक है ਜਿਹਦੇ ਵਿੱਚ सिर्फ चतुर्भुज ਦੀਆਂ किस्मां बारे ਆਪਾਂ डिटेल नाल जानकारी ਲਈ ਸੀ। मतलब ਉਹਦੇ ਵਿੱਚ ਆਪਾਂ ਦੇਖਿਆ ਕਿ ਕੱਲੀ चतुर्भुज ਦੇ ਵਿੱਚ ਕੀ ਵਿਸ਼ੇਸ਼ਤਾਵਾਂ ਜਾਂ ਕੱਲੀ किस्म ਦੇ ਵਿੱਚ ਕਿਹੜੀਆਂ ਵਿਸ਼ੇਸ਼ਤਾਵਾਂ ਹੈਗੀਆਂ। ठीक है ਪੜ੍ਹੀਆਂ ਆਪਾਂ ਤਾਂ ਉਹਦੇ ਵਿੱਚੋਂ ਹੀ ਜਿਹੜੀ ਹੈਗੀ ਇੱਕ ਆਪਾਂ ਲਈ ਅੱਜ एक्सरसाइज 3.3 ਦੇ ਵਿੱਚ समांतर चतुर्भुज ये है अपनी समांतर चतुर्भुज ਜਿਹਦੇ ਬਾਰੇ ਪੜ੍ਹਿਆ ਆਪਾਂ डिटेल ਨਾਲ। ठीक है ਆਪਾਂ ਦੇਖਾਂਗੇ ਇੱਕ ਵਾਰੀ ਪ੍ਰੀਵੀਅਸ ਵੀਡੀਓ 'ਚ ਕੀ ਪੜ੍ਹਿਆ। ਜਿਹੜੇ ਬੱਚਿਆਂ ਨੇ ਵੀਡੀਓ ਨਹੀਂ ਦੇਖੀ ਪਹਿਲਾਂ ਵੀਡੀਓ ਜ਼ਰੂਰ ਦੇਖੋ। ठीक है ਉਹਦੇ 'ਤੇ ਸਾਰੀ ਬੇਸਡ ਹੈਗੀ ਹੈ। ਜੇ ਆਪਾਂ ਨੂੰ ਸਾਰੀ ਪ੍ਰੋਪਰਟੀਜ਼ ਦੀਆਂ ਪਤਾ ਹੋਣਗੀਆਂ ਤਾਂ ਹੀ ਆਪਾਂ ਇਹਦੇ ਸਵਾਲ ਕੱਢ ਸਕਾਂਗੇ। ठीक है ਅੱਜ ਆਪਾਂ ਪ੍ਰੈਕਟਿਸ ਕਰਨੀ ਹੈ ਉਹਨਾਂ ਦੇ ਪ੍ਰੋਪਰਟੀਜ਼ ਦੀ। ਇੱਕ ਵਾਰੀ ਪ੍ਰੋਪਰਟੀਜ਼ ਦੁਆਰਾ ਦੇਖ ਲਾਂ ਮੈਂ ਕੀ ਪ੍ਰੋਪਰਟੀਜ਼ ਪੜ੍ਹੀਆਂ ਸੀ ਆਪਾਂ ਸਮਾਂਤਰ ਚਤੁਰਭੁਜ ਦੀਆਂ। ਲੁੱਕ ਐਟ ਹੇਅਰ। ठीक है ਦੇਖੋ ਸਮਾਂਤਰ ਚਤੁਰਭੁਜ ਬਾਰੇ ਪੜ੍ਹਿਆ ਸੀ ਆਪਾਂ ਕਿ ਇਸ ਤਰ੍ਹਾਂ ਸਮਾਂਤਰ ਚਤੁਰਭੁਜ ਹੁੰਦੀ ਹੈ, ਕਿਹੜੇ ਗੁਣ ਸੀ ਇਹਦੇ ਵਿੱਚ ਦੁਆਰਾ ਦੇਖ ਲਓ ਇੱਕ ਵਾਰੀ ਕਿ ਇਹਦੀਆਂ ਸਨਮੁਖ ਭੁਜਾਵਾਂ ਬਰਾਬਰ ਅਤੇ ਸਮਾਂਤਰ ਹੁੰਦੀਆਂ ਨੇ। ठीक है ਜੀ ਸਨਮੁਖ ਭੁਜਾਵਾਂ मतलब ठीक है ਆਮੋ ਸਾਹਮਣੀਆਂ ਭੁਜਾਵਾਂ ਬਰਾਬਰ ਅਤੇ ਸਮਾਂਤਰ ਹੁੰਦੀਆਂ ਨੇ, ਇਕੁਅਲ ਐਂਡ ਪੈਰਲਲ ਹੁੰਦੀਆਂ। ठीक है ਜੀ ਫਿਰ ਸਨਮੁਖ ਕੋਣ ਬਰਾਬਰ ਹੁੰਦੇ ਹਨ। ਵੈਰੀ ਇੰਪੋਰਟੈਂਟ ਜਿਹੜਾ ਹੈਗਾ ਆਪਾਂ ਇਹ ਗੁਣ ਯੂਜ਼ ਕਰਨਾ ਹੈਗਾ, ਪ੍ਰੋਪਰਟੀ ਦੀ ਯੂਜ਼ ਕਰਨੀ ਆ ਕਿ ਸਨਮੁਖ ਕੋਣ ਬਰਾਬਰ ਹੁੰਦੇ ਹਨ। ਇਟ ਮੀਨਸ ਆਪੋਜ਼ਿਟ ਐਂਗਲ ਜਿਹੜੇ ਹੈਗੇ ਆ ਇਕੁਅਲ ਹੋਣਗੇ ਇਹ ਤੇ ਇਹ ਐਂਗਲ ਤੇ ਇਹ ਐਂਗਲ। ठीक है ਜੀ ਇਹ ਆਪਾਂ ਨੇ ਕੱਲ੍ਹ ਪੜ੍ਹਿਆ ਸੀਗਾ ਵਿਕਰਨ ਬਰਾਬਰ ਨਹੀਂ ਹੁੰਦੇ ਇਹਦੇ। ਵਿਕਰਨ ਜਿਹੜਾ ਇੱਕ ਲੰਬਾ ਹੁੰਦਾ ਇੱਕ ਛੋਟਾ ਹੁੰਦਾ, ਪਰੰਤੂ ਕੀ ਕਰਦੇ ਆ ਇੱਕ ਦੂਜੇ ਨੂੰ ਇਹ ਸਮਦੁਭਾਜਿਤ ਕਰਦੇ ਆ। ਜਿਹੜੇ ਪੁਆਇੰਟ 'ਤੇ ਕੱਟਦੇ ਹੈਗੇ ਆ ਅੱਧਾ ਬਣ ਦਿੰਦੇ। ठीक है ਵਿਕਰਨ ਇੱਕ ਦੂਜੇ ਨੂੰ ਬਾਈਸੈਕਟ ਕਰਦੇ ਹੈਗੇ ਆ, ਸਮਦੁਭਾਜਿਤ ਕਰਦੇ। ठीक है ਜੀ ਔਰ ਇਹਦੇ ਨਾਲ ਦੀ ਵੀ ਪੜ੍ਹੀ ਸੀ ਆਪਾਂ ਇੱਕ ਸਮਚਤੁਰਭੁਜ। ਜੇਕਰ ਇਹਦੀਆਂ ਸਿਰਫ ਆਮੋ ਸਾਹਮਣੇ ਭੁਜਾਵਾਂ ਬਰਾਬਰ ਹੁੰਦੀਆਂ, ਜੇ ਚਾਰੇ ਭੁਜਾਵਾਂ ਬਰਾਬਰ ਹੋ ਜਾਣ ਤਾਂ ਕੀ ਬਣ ਜਾਂਦੀ ਹੈ ਉਹ ਸਮਚਤੁਰਭੁਜ ਬਣ ਜਾਂਦੀ ਹੈ। ठीक है ਜੀ ਜੇ ਇਹਦੀਆਂ ਚਾਰੇ ਭੁਜਾਵਾਂ ਦੇ ਮਾਪ ਇੱਕੋ ਜਿਹੇ ਹੋ ਜਾਣ ਤਾਂ ਬਣ ਜਾਂਦੀ ਆ ਸਮਚਤੁਰਭੁਜ। ਤਾਂ ਸਮਚਤੁਰਭੁਜ ਦੇ ਵਿਕਰਨ ਇੱਕ ਦੂਜੇ ਨੂੰ ਲੰਬ ਸਮਦੁਭਾਜਿਤ ਕਰਦੇ ਹੈਗੇ ਆ, 90 ਦੇ ਕੋਣ 'ਤੇ ਡਿਵਾਈਡ ਕਰਦੇ। ठीक है ਤੋ ਇਹ ਗੱਲਾਂ ਧਿਆਨ 'ਚ ਰੱਖਣੀਆਂ। ठीक है ਪ੍ਰੀਵੀਅਸ ਵੀਡੀਓ 'ਚ ਦੇਖੀਆਂ ਸੀਗੀਆਂ, ਬਾਕੀ ਸਾਰੀਆਂ ਗੱਲਾਂ ਬਾਤਾਂ ਉਹੀ ਹੈ। ਸੋ ਆਪਾਂ ਅੱਜ ਇਹਦੀ ਯੂਜ਼ ਕਰਨੀ ਹੈਗੀ, ਇਹਨੂੰ ਆਪਾਂ ਕਿਸ ਤਰ੍ਹਾਂ ਵਰਤਣਾ ਹੈਗਾ ਸਵਾਲ ਕੱਢਣ ਦੀ ਵਰਤੋਂ ਨਾਲ। ठीक है ਆਓ ਆਪਾਂ ਦੇਖਦੇ ਹਾਂ ਪਹਿਲਾ ਸਵਾਲ ਅਭਿਆਸ 3.3 ਦਾ ਪਹਿਲਾ ਸਵਾਲ। ठीक है ਗਿਵਨ ਆਪਾਂ ਨੂੰ ਇਹ ਕਿ ABCD ਇੱਕ ਸਮਾਂਤਰ ਚਤੁਰਭੁਜ ਹੈ। ਮਤਲਬ ABCD ਇਜ਼ ਅ ਪੈਰਲੇਲੋਗ੍ਰਾਮ ਆਪਾਂ ਨੂੰ ਗਿਵਨ ਹੈਗੀ। ठीक है ਇੱਕ ਪੈਰਲੇਲੋਗ੍ਰਾਮ ਤਾਂ ਉਹਦੇ ਵਿੱਚ ਜਿਹੜੇ ਆਪਾਂ ਪ੍ਰੋਪਰਟੀਜ਼ ਪੜ੍ਹੀਆਂ ਉਹਦੇ ਅਕੋਰਡਿੰਗਲੀ ਉਹਨੇ ਪੁੱਛਿਆ ਬਲੈਂਕਸ ਦਿੱਤੀਆਂ ਆਪਾਂ ਨੂੰ ਦੱਸਣਾ ਆਪਾਂ ਵੀ ਉਹ ਕਿਹੜੀ ਪ੍ਰੋਪਰਟੀ ਆਪਾਂ ਯੂਜ਼ ਕਰਕੇ ਦੱਸਾਂਗੇ ਅਤੇ ਕੀ ਆਏਗਾ ਇੱਥੇ। ठीक है ਸੋ ਫਸਟ ਪੁੱਛਿਆ ਉਹਨੇ AD ਇਜ਼ ਇਕੁਅਲ ਟੂ ਵਟ। ਇਹਦੇ ਵਿੱਚੋਂ ਸਾਈਡ AD ਮਤਲਬ AD ਭੁਜਾ ਜਿਹੜੀ ਹੈ ਦੇਖੋ AD ਵਾਲੀ ਭੁਜਾ ਬਣ ਗਈ, ਇਹ ਬਰਾਬਰ ਹੈ ਕਿਹੜੀ ਭੁਜਾ ਦੇ ਬਰਾਬਰ ਹੈ ਇੱਥੇ ਭਰਨਾ। ठीक है ਦੇਖੋ ਹੁਣੇ ਪੜ੍ਹ ਕੇ ਆਏ ਕਿ ਇਹਦੀਆਂ ਸਮਾਂਤਰ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ, ਜਿੰਨਾ ਮਾਪ AD ਦਾ ਹੋਊਗਾ ਉਨਾ ਹੀ ਮਾਪ ਹੋਊਗਾ BC ਦਾ ਹੋਊਗਾ। ਇਟ ਮੀਨਸ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਨੇ। ਇਹ ਵਾਲਾ ਗੁਣ ਆਪਾਂ ਨਾਲ ਗੁਣ ਵੀ ਲਿਖਣਾ ਹੈਗਾ, ਨਾਲ ਆਪਾਂ ਇਹਦਾ ਆਨਸਰ ਪੁੱਟ ਕਰਨਾ। ਆਨਸਰ ਕੀ ਆ ਗਿਆ ਇਹਦਾ BC। ਇੱਥੇ ਕੀ ਲਿਖਾਂਗੇ ਆਪਾਂ BC। ਇਟ ਮੀਨਸ ਇਹਦਾ ਆਨਸਰ ਆ ਗਿਆ BC ਕਿਉਂਕਿ ਕਿਹੜਾ ਗੁਣ ਯੂਜ਼ ਕੀਤਾ ਆਪਾਂ ਆਪੋਜ਼ਿਟ ਸਾਈਡਸ ਆਫ ਪੈਰਲੇਲੋਗ੍ਰਾਮ ਆਰ ਇਕੁਅਲ। ਇੱਥੇ ਭਰਾਂਗੇ ਆਪਾਂ BC। ਕਲੀਅਰ ਹੈ ਨਾ। AD ਇਜ਼ ਇਕੁਅਲ ਟੂ BC ਹੈ। ਵਾਈ ਇਹਦਾ ਤੁਸੀਂ ਕਾਰਨ ਠੀਕ ਹੈ ਲਿਖਣਾ। ਕਾਰਨ ਕੀ ਹੈਗਾ ਵਾ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਹਨ। ਪਹਿਲੇ ਦਾ ਕਾਰਨ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਹਨ। ठीक है ਜੀ ਰੀਜ਼ਨ ਹੋ ਗਿਆ। ਸੈਕੰਡਲੀ ਪੁੱਛਿਆ ਉਹਨੇ ਐਂਗਲ ਕੋਣ DCB। ਐਂਗਲ DCB ਇਜ਼ ਇਕੁਅਲ ਟੂ ਐਂਗਲ DCB ਕਿਹੜੇ ਐਂਗਲ ਦੇ ਇਕੁਅਲ ਹੋਏਗਾ। ਪਹਿਲਾਂ DCB ਐਂਗਲ ਕਿਹੜਾ ਬਣਦਾ ਪਿਆ ਦਿਸ ਵਨ, ਇਹ ਵਾਲਾ ਐਂਗਲ ਦੀ ਗੱਲ ਕਰਦੇ ਪਏ। ठीक है ਆਪਾਂ DCB ਕਿਹੜੇ ਐਂਗਲ ਦੇ ਇਕੁਅਲ ਹੋਏਗਾ ਅਤੇ ਹੁਣੇ ਪੜ੍ਹ ਕੇ ਆਏ ਆਪਾਂ ਕਿ ਇਹਦੇ ਜਿਹੜੇ ਹੈਗੇ ਆ ਸਨਮੁਖ ਕੋਣ ਬਰਾਬਰ ਹੁੰਦੇ ਹਨ। ਜਿੰਨਾ C ਕੋਣ ਹੋਏਗਾ C ਦੇ ਸਾਹਮਣੇ ਵਾਲਾ ਕੋਣ ਵੀ ਉਨਾ ਹੀ ਹੋਏਗਾ। ਇਟ ਮੀਨਸ A ਵਾਲਾ ਕੋਣ। ठीक है ਔਰ ਇਹਦਾ ਨਾਮ ਕੀ ਹੈ ਇਹਨੂੰ ਆਪਾਂ DAB ਵੀ ਲਿਖ ਸਕਦੇ ਹਾਂ, BAD ਵੀ ਲਿਖ ਸਕਦੇ ਹਾਂ। ठीक है ਜੀ ਤਾਂ DCB ਸੀਗਾ ਤਾਂ BAD ਲਿਖ ਦਿਓ। ठीक है ਇੱਥੇ ਤੁਸੀਂ BAD ਯਾਨੀ ਆਪਾਂ ਜਿਹੜਾ ਸੈਂਟਰ 'ਚ ਹੁੰਦਾ ਉਹਨੂੰ ਕੋਣ ਮੰਨਦੇ ਹੈਗੇ। ਇੱਥੇ C ਸੀਗਾ ਇੱਥੇ A ਆ ਤਾਂ C ਤੇ A ਦੋਨੇ ਬਰਾਬਰ ਆ। ਦੇਖੋ ਕਿਹੜੇ ਕੋਣ ਹੈਗੇ ਇਹ, ਇਹਦਾ ਕਾਰਨ ਕੀ ਬਣ ਗਿਆ ਸਨਮੁਖ ਕੋਣ। ਕਿਹੜੇ ਕੋਣ ਸਨਮੁਖ ਕੋਣ ਇਹ ਵੀ ਕੀ ਹੁੰਦੇ ਹੈਗੇ ਆਪਣੇ ਬਰਾਬਰ ਹੁੰਦੇ। ठीक है ਜੀ ਸਮਾਂਤਰ ਚਤੁਰਭੁਜ ਦੇ ਵਿੱਚ ਹੁਣੇ ਪ੍ਰੋਪਰਟੀ ਆਪਾਂ ਪੜ੍ਹ ਕੇ ਆਏ ਹਾਂ। ਲਾਸਟ ਵੀਡੀਓ ਨੂੰ ਫਿਰ ਗੌਰ ਨਾਲ ਦੇਖੋ ਤਾਂ ਕਿ ਪ੍ਰੋਪਰਟੀ ਤੁਹਾਡੇ ਦਿਮਾਗ ਦੇ ਵਿੱਚ ਆਉਣ। ठीक है ਇਹ ਰੱਟਾ ਲਾਉਣ ਵਾਲੀ ਕੋਈ ਚੀਜ਼ ਨਹੀਂ ਹੈਗੀ, ਤੁਹਾਨੂੰ ਸਾਰੀ ਇਕੱਲੀ ਗੱਲ ਸਮਝਾਈ ਹੈ ਫਸਟ ਵੀਡੀਓ 'ਚ। ठीक है ਸੋ ਦੇਖੋ ਥਰਡ ਪਾਰਟ ਪੁੱਛਿਆ ਉਹਨੇ OC ਇਜ਼ ਇਕੁਅਲ ਟੂ ਡੈਸ਼। OC ਇਜ਼ ਇਕੁਅਲ ਟੂ ਡੈਸ਼ ਇਹ ਤੁਸੀਂ ਆਪਣੇ ਆਪ ਕਰੋ। ठीक है ਹੋਮਵਰਕ ਤੁਹਾਡਾ, ਤੁਸੀਂ ਆਪਣੇ ਆਪ ਇਹਦਾ ਰੀਜ਼ਨ ਵੀ ਦੱਸਣਾ ਹੈਗਾ ਅਤੇ ਕਿਹਦੇ ਇਕੁਅਲ ਆਊਗਾ ਤੁਸੀਂ ਦੱਸਣਾ ਹੈਗਾ।
ओ सी ओ कितने है पहला देखना है ओ सी, इतने आप ओ लैने हैं अकॉर्डिंग टू क्वेश्चन इतने ओ आएगा। ठीक है, हम पूछा उन्हें ओ सी आ वाली भुजा इधरली अद्धा हिस्सा रह गया, ये किहड़े हिस्से के इक्वल आएगा, इधरले हिस्से के इक्वल आएगा। ये है कि ए सी पूरा एक विकर्ण है, डायगनल है, तो डायगनल एक दूजे की करते हैं बाइसैक्ट करते हैं, मतलब संबंध विभाजित करते हैं। इट मीनस जिन्ना डायगनल अद्धा इधर रह गया अद्धा इधर रह गया, फिर अपने को ओ सी इज इक्वल टू क्या होगा वो है, तुम अपने आप ठीक है करना, रीजन भी दसना है क्यों रीजन की है। नैक्सट पूछा उन्हें मेजरमेंट ऑफ एंगल डी ए बी एंड मेजरमेंट ऑफ एंगल सी डी ए, किहड़े किहड़े एंगल बनते हैं डी ए बी, देखो डी ए बी ए वाला एंगल, फिर ठीक है दूजा पूछा उन्हें सी डी ए आ वाला एंगल। इट मीनस किहड़े एंगल दो गल की है, ये दो एंगल्स, ये दोने किहड़े कोण बन गए, देखो समांतर चतुर्भुज दे विच जिहड़े गवांढ च हुंदे कोण, तो ये दोने किहड़े कोण हुंदे आ, देखो नाल लगवें कोण जिन्हों बोले आप इंग्लिश दे विच एडजेसेंट एंगल्स या फिर लागवें कोण आपां कहने, ठीक है लागवें कोण, कोण दे नाल लगदा कोण, ये भी कोण दे नाल लगदा कोण, ये भी कोण दे नाल लगदा कोण, ठीक है ये सानूं कोण हुंदे आ जिहड़े नाल दे हुंदे लागवें कोण हुंदे आ। तो आपां नूं इन्हां दोनों कोणां बारे पुछिआ भी ये दोने कोण किहड़े बनदे, लागवें कोण बनदे आ, तो लागवें कोणां दा जिहड़ा जोड़ किन्ना हुंदा अपने कोल, किन्ना जोड़ हुंदा हैगा 180 डिग्री हुंदा, सन्मुख कोण बराबर हुंदे हैं, लागवें कोणां दा जोड़ 180 डिग्री बनता। कारण की होंगे, क्योंकि देखो आ दोनों रेखावां समांतर रेखावां बनदियां हुंदियां, आ रेखा काटवीं रेखा बन गई, तो काटवीं रेखा के इक्को पासे बने अंदरले कोणां दा जोड़ 180 डिग्री हुंदा। ठीक है जी, तो इत्थे आपां लिखांगे 180 डिग्री दोनों का जोड़ बनता है लागवें कोणां का। ठीक है, कारण की है भी समांतर चतुर्भुज के किहड़े कोण हैगे ये लागवें कोण, लागवें कोणां का जोड़ कितना हुंदा हैगा 180 डिग्री हुंदा है। इस तरह हरेक का तुसीं कारण ना लिखना भी किहड़े कारण करके आप 180 लिखा। ठीक है, इत्थे लागवें कोण किहदे लागवें कोण समांतर चतुर्भुज, तुसीं ठीक है नाल लिखना है समांतर चतुर्भुज के लागवें कोणां का जोड़ 180 डिग्री हुंदा। वैरी इंपोर्टेंट, ठीक है फॉर्मूले तो आने चाहिए है, फॉर्मूला का तो सवाल के कुछ भी नहीं है, जस्ट बेसिक्स है। ये वास्ते फिर मैं तुहानूं रिकमेंड करदा कि लास्ट वीडियो जरूर देखो। ठीक है, स्पैशल जिहड़ी है प्रॉपर्टीज़ की बनी हुई है। सो क्वेश्चन नंबर आप देखते हैं कि सैकेंड क्वेश्चन है, ये फाइंड करना आपां अज्ञात एक्स वाई जैड के मुल पता करो। एक्स वाई जैड की वैल्यू फाइंड करनी आपां ने। वैल्यू की है कि देखो समांतर चतुर्भुज बनी हुई है, ये एक्स है वाई है जैड है, एंड चौथा कोण आपां दिता होया 100 डिग्री। वैरी ईजी है और वैरी इंपोर्टेंट है। इस तरह के क्वेश्चन तुसीं ईजिली टिप्स से कर सकते, जबानी कर सकते हैं। जबानी किस तरह देखो हमने पढ़ के आए कि सन्मुख कोण बराबर होंगे हैं, सन्मुख कोण इट मीनस बी कोण 100 है तो डी कोण भी 100 ही आएगा। सन्मुख कोण बी के सामने किहड़ा कोण बनता, यही बनता डी, इट मीनस नाम माप के लिखा वाई उन्हें, इट मीनस वाई का मुल कितना आ गया 100 ही आ गया। ठीक है जी, पहले तुसीं इत्थों लिख सकते हैं, तुसीं डायरैक्ट लिख सकते हैं ये कोण बी बराबर है कोण डी। कारण दसना भी क्यों बराबर है, किहड़े कोण है सन्मुख कोण। ठीक है जी, बी कितना है 100 आ तो डी कितना है वाई, इट मीनस बी का मुल सीगा 100 डिग्री तो डी का मुल सीगा वाई, इट मीनस वाई कितना आ गया अपने को 100 डिग्री आ गया, वाई का मुल आ गया, एक तो निकल गया। फिर फाइंड करने आप एक्स तो जैड। हुण एक्स तो जैड दोनों ही सन्मुख कोण बनते, ये भी पता दोनों बराबर होणगे, परंतु दोनों के माप ही अपन पता नहीं गए, तो ये पता करने लिए आप कि मदद लवांगे लागवें कोण की। ठीक है, इधरों भी लै सकते हैं आप, देखो 100 है तो ये भी 100 ही सी वैसे तो। देखो ये किहड़े पढ़ के आप हुणे लागवें कोणां दा जोड़ कितना हुंदा 180 डिग्री हुंदा है। जे बी कोण 100 आ तो सी कितना आएगा, इन्हां दोनों जोड़ 180 बनना सीगा। एक्स का मुल कितना रह गया दसो, फिर कितना रह गया 180 चो 100 घटा दो, दोनों का जोड़ 180 बनना है। आप लिखांगे उत्ते 100 प्लस एक्स यानी कि बी प्लस सी हो गया ना, ये कितना बनना सीगा 180 डिग्री बनना। किहड़े कोण सी ये बई लागवें कोण। जो भी आप फार्मूला यूज़ करते हो ठीक है नाल रीजन जरूर लिखना है भी किहड़े कोण आप यूज़ कर रहे हैं तो क्यों यूज़ कर रहे हैं। हुण आप इत्थे एक्स का मुल पता करांगे, एक्स का मुल कितना आ गया देखो 180 माइनस हो गया 100 इधर आके तो कितना रह गया 80 डिग्री रह गया। एक्स का मुल कितना आ गया 80, तो एक्स तो जैड फिर दोनों किहड़े कोण बनते हैं, Z इज इक्वल टू है एक्स इज इक्वल टू किन्ने फिर हो गया 80 हो गया। कारण की है क्यों बराबर दोनों कोण है, ये भी किहड़े कोण सीगे सन्मुख कोण से। ठीक है जी, ये भी अपने फाइंड करता, Z भी 80 आ गया तो एक्स भी 80 आ गया तो वाई कितना आ गया 100। एक्स वाई Z फाइंड करने से आप। दिस इज़ द क्वेश्चन नंबर 2 द फर्स्ट पार्ट सीगा। ठीक है, ये होर भी पार्ट्स है तुसीं अपने आप ट्राई करने हैं। देखो एक पार्ट होर मैं करवा देना तुहानूं इत्थों
ਸੈਕਿੰਡ ਪਾਰਟ ਹੈਗਾ ਆਪਣੇ ਕੋਲ, ਦੇਖੋ ਇਹਦੇ ਵਿੱਚ ਆਪਾਂ ਨੂੰ ਦਿਖ ਰਿਹਾ ਹੈ ਹੇਅਰ ਇਜ਼ ਐਕਸ ਵਾਈ ਐਂਡ ਜ਼ੈਡ, ਆਪਾਂ ਇਹ ਤਿੰਨੋਂ ਮੁੱਲ ਪਤਾ ਕਰਨਾ ਹੈਗਾ। ਦਿੱਤਾ ਹੈਗਾ ਆਪਾਂ ਨੂੰ ਇੱਥੇ 30 ਦਿੱਤਾ ਹੈ। ਹੁਣ ਇੱਥੇ ਦੇਖੋ ਤੁਹਾਨੂੰ ਇੱਥੇ ਆਹ ਨਿਸ਼ਾਨ ਲਾ ਕੇ ਦਿੱਤਾ, ਇਹ ਨਿਸ਼ਾਨ ਕਿੰਨਾ ਐਂਗਲ ਹੁੰਦਾ ਹੈਗਾ, ਪਰਪੈਂਡੀਕੂਲਰ ਹੁੰਦਾ ਮਤਲਬ, ਠੀਕ ਹੈ। ਇਹ ਵਾਲੀ ਲਾਈਨ ਇਸ 'ਤੇ ਕੀ ਹੈਗੀ ਆ, ਪਰਪੈਂਡੀਕੂਲਰ ਹੈਗੀ ਆ। ਪਰਪੈਂਡੀਕੂਲਰ ਦਾ ਮਤਲਬ ਕੋਣ 90 ਦਾ ਬਣਦਾ, ਠੀਕ ਹੈ। ਇੱਥੇ ਇਹ ਵਾਲਾ ਕੋਣ 90 ਹੈ ਤਾਂ ਇਹ ਵਾਲਾ ਕੋਣ ਕਿੰਨਾ ਆਏਗਾ ਆਪਣੇ ਕੋਲੇ, 90 ਆਏਗਾ, ਠੀਕ ਹੈ, ਕਿਉਂਕਿ ਦੋ ਲਾਈਨਾਂ ਪਰਪੈਂਡੀਕੂਲਰ ਹੈਗੀਆਂ। ਵੈਸੇ ਵੀ ਇੱਥੇ ਕਾਂਟੇ ਵਾਲਾ ਕੋਣ ਬਣਦਾ ਹੋਵੇ, ਠੀਕ ਹੈ, ਕ੍ਰੋਸ ਬਣਦਾ ਹੋਵੇ ਇਸ ਤਰ੍ਹਾਂ ਕਰਕੇ, ਤਾਂ ਇਹ ਕਿਹੜੇ ਕੋਣ ਹੁੰਦੇ ਆ, ਛੋਟੀਆਂ ਕਲਾਸਾਂ 'ਚ ਪੜ੍ਹਿਆ ਹੈਗਾ ਆਪਾਂ, ਇਹ ਕੋਣ ਹੁੰਦੇ ਹੈਗੇ ਆ ਸਿਖਰ ਸਨਮੁਖ ਕੋਣ ਬਰਾਬਰ ਹੁੰਦੇ ਹੈਗੇ, ਠੀਕ ਹੈ। ਇਹਦਾ ਮਤਲਬ ਫਿਰ ਐਕਸ ਕਿੰਨਾ ਆ ਗਿਆ, 90 ਆ ਗਿਆ, ਕਿੰਨਾ ਆ ਗਿਆ ਐਕਸ 90, ਇਟ ਮੀਨਸ ਦਿਸ ਐਕਸ ਇਜ਼ ਇਕੁਅਲ ਟੂ 90, ਠੀਕ ਹੈ। ਪਹਿਲਾਂ ਆਪਾਂ ਇੱਥੋਂ ਹੀ ਫਾਈਂਡ ਕਰ ਲੈਣੇ ਹੈਗੇ ਆ, ਐਕਸ ਇਜ਼ ਇਕੁਅਲ ਟੂ 90 ਹੋ ਗਿਆ, ਐਕਸ ਇਜ਼ ਇਕੁਅਲ ਟੂ 90, ਵਾਈ ਐਕਸ ਇਜ਼ ਇਕੁਅਲ ਟੂ 90 ਕਿਉਂ ਆਇਆ ਡਾਇਰੈਕਟ ਆਪਣੇ ਕੋਲ, ਇਹ ਰੀਜ਼ਨ ਦੱਸਣਾ ਹੈਗਾ ਆਪਾਂ ਕਿਹੜੇ ਕੋਣ ਯੂਜ਼ ਕੀਤੇ ਇੱਥੇ, ਸਿਖਰ ਸਨਮੁਖ ਕੋਣ। ਇਹ ਆਪਾਂ ਇੱਥੇ ਨਹੀਂ ਪੜ੍ਹੇ ਸੀਗੇ, ਇਹਦੇ ਵਿੱਚ ਇਹ ਪੁਰਾਣਾ ਹੀ ਆਪਣਾ ਫਾਰਮੂਲਾ ਹੈ। ਸਮਾਂਤਰ ਰੇਖਾਵਾਂ ਜਦੋਂ ਵੀ ਬਣਦੀਆਂ ਹੈਗੀਆਂ ਤਾਂ ਉੱਥੇ ਜਿਹੜਾ ਕਾਂਟੇ ਵਾਲਾ ਕੋਣ ਬਣੂਗਾ, ਇਹ ਓਪੋਜ਼ਿਟ ਐਂਗਲ ਜਿਹੜੇ ਹੈਗੇ ਆ, ਵਰਟੀਕਲੀ ਓਪੋਜ਼ਿਟ ਐਂਗਲ ਬੋਲਦੇ ਆ ਆਪਾਂ ਇਹਨਾਂ ਨੂੰ, ਇਹ ਇਕੁਅਲ ਹੀ ਹੁੰਦੇ, ਠੀਕ ਹੈ। ਇੰਗਲਿਸ਼ ਤੁਸੀਂ ਲਿਖ ਸਕਦੇ ਆ ਵਰਟੀਕਲ ਓਪੋਜ਼ਿਟ ਐਂਗਲ ਵੀ ਲਿਖ ਸਕਦੇ ਆ, VOA, ਠੀਕ ਹੈ ਜੀ। ਐਕਸ ਇਜ਼ ਇਕੁਅਲ ਟੂ 90 ਹੋ ਗਿਆ। ਅੱਛਾ ਜੀ, ਹੁਣ ਤੁਸੀਂ ਆ ਜਾਓ ਇਸ ਟ੍ਰਾਇੰਗਲ ਦੇ ਵਿੱਚ, ਇਸ ਟ੍ਰਾਇੰਗਲ ਵਿੱਚ ਆ ਜਾਓ, ਕਿਉਂਕਿ ਕੋਈ ਵੀ ਪੂਰਾ ਐਂਗਲ ਹੈ ਨਹੀਂ ਆਪਣੇ ਕੋਲ, ਆਪਾਂ ਉਹ ਵਾਲਾ ਫਾਰਮੂਲਾ ਨਹੀਂ ਲਾ ਸਕਦੇ ਇੱਥੇ ਫਿਲਹਾਲ। ਤੇ ਇਸ ਟ੍ਰਾਇੰਗਲ ਦੇ ਵਿੱਚ ਤੁਸੀਂ ਦੇਖੋਗੇ ਜਦੋਂ ਤਿੰਨ ਐਂਗਲ ਬਣ ਗਏ, ਐਕਸ ਹੈਗਾ, ਵਾਈ ਹੈਗਾ, 30 ਹੈਗਾ, ਐਕਸ ਵੀ ਪਤਾ ਲੱਗ ਗਿਆ ਆਪਾਂ ਨੂੰ, 30 ਵੀ ਪਤਾ ਹੈਗਾ, ਅਤੇ ਵਾਈ ਦੀ ਵੈਲਿਊ ਫਾਈਂਡ ਕਰਨੀ ਆਪਾਂ ਨੇ, ਤਾਂ ਇਹ ਬਣ ਗਈ ਇੱਕ ਟ੍ਰਾਇੰਗਲ ਬਣ ਗਈ। ਤਾਂ ਟ੍ਰਾਇੰਗਲ ਦੇ ਵਿੱਚ ਕੀ ਲਿਖੋਗੇ ਤੁਸੀਂ, ਅਤੇ ਨਾਲ ਦੀ ਨਾਲ ਅਸੀਂ ਜਾਣਦੇ ਹਾਂ ਕਿ ਅਤੇ ਕਿਹੜੇ ਕਿਹੜੇ ਐਂਗਲ, ਐਕਸ ਪਲੱਸ ਵਾਈ ਪਲੱਸ 30, ਮਤਲਬ ਇਹ ਤਿਕੋਣ ਵਾਲੇ ਤਿੰਨੇ ਕੋਣਾਂ ਦਾ ਜੋੜ ਕਿੰਨਾ ਹੁੰਦਾ, 180 ਡਿਗਰੀ ਹੁੰਦਾ। ਇਹ ਲਿਖ ਵੀ ਦਿਓ ਨਾਲ, ਠੀਕ ਹੈ। ਕੀ ਫਾਰਮੂਲਾ ਕੀ ਆ, ਤ੍ਰਿਭੁਜ ਦੇ ਤਿੰਨ ਕੋਣ, ਠੀਕ ਹੈ, ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ, 180 ਡਿਗਰੀ ਹੁੰਦਾ ਹੈ, ਤਾਂ ਕਰਕੇ ਆਪਾਂ 180 ਲਿਖਤਾ ਇੱਥੇ। ਐਕਸ ਪਤਾ ਕਰ ਲਈ ਆਪਾਂ, 90 ਇੱਥੇ ਭਰ ਦਿਓ, ਠੀਕ ਹੈ, 90 ਭਰਤਾ। ਵਾਈ ਉਹੀ ਲਿਖ ਲਿਆ ਆਪਾਂ, 30 ਇਜ਼ ਇਕੁਅਲ ਟੂ 180, ਸੋ 90 30 ਕਿੰਨੇ ਬਣ ਗਏ, 120 ਬਣ ਗਏ। ਅਤੇ ਇੱਧਰ ਸਿਰਫ ਵਾਈ ਦਾ ਮੁੱਲ ਪਤਾ ਕਰਨਾ ਆਪਾਂ, ਇਕੱਲਾ ਵਾਈ ਇੱਥੇ ਰੱਖ ਲਓ, 180 ਚੋਂ ਆ ਜੋੜ ਕੇ ਘਟਾ ਦਿਓ, ਕਿੰਨੇ ਬਣ ਗਏ, 90 30 120 ਬਣ ਗਏ, ਇੱਧਰ ਆ ਕੇ ਮਾਈਨਸ ਹੋ ਗਏ, ਅਤੇ ਕਿੰਨਾ ਰਹਿ ਗਿਆ, ਵਾਈ ਦਾ ਮੁੱਲ ਵੀ ਆਪਣੇ ਕੋਲੇ 60 ਆ ਗਿਆ। ਵਾਈ ਦਾ ਮੁੱਲ ਕਿੰਨਾ ਆ ਗਿਆ, ਐਕਸ ਵੀ ਫਾਈਂਡ ਕਰ ਲਿਆ ਆਪਾਂ ਨੇ, ਔਰ ਵਾਈ ਵੀ ਫਾਈਂਡ ਕਰ ਲਿਆ, ਕਿੰਨਾ ਆ ਗਿਆ 60, ਤਾਂ ਜ਼ੈਡ ਰਹਿ ਗਿਆ ਆਪਣੇ ਕੋਲ, ਦੇਖੋ ਹੁਣ, ਠੀਕ ਹੈ ਜੀ। ਹੁਣ ਜ਼ੈਡ ਕਿਵੇਂ ਫਾਈਂਡ ਕਰੋਗੇ, ਦੇਖੋ ਤਾਂ ਇੱਥੇ ਫਿਰ ਉਹੀ ਬੇਸਿਕਸ ਫਾਰਮੂਲੇ ਤੁਸੀਂ ਯੂਜ਼ ਕਰ ਸਕਦੇ ਹੋ। ਦੇਖੋ ਧਿਆਨ ਨਾਲ ਦੇਖੋ ਵੀ ਆ, ਕਿਉਂਕਿ ਜਿਹੜੀ ਸਨਮੁਖ ਭੁਜਾਵਾਂ ਸਮਾਂਤਰ ਹੁੰਦੀਆਂ ਇਹਦੀਆਂ, ਇਹ ਸਮਾਂਤਰ ਹੋ ਗਈਆਂ, ਅਤੇ ਕਾਟਵੀ ਰੇਖਾ ਬਣ ਗਈ ਆਪਣੇ ਕੋਲੇ, ਠੀਕ ਹੈ। ਦੁਬਾਰਾ ਫਿਰ ਦੇਖੋ, ਇੱਕ ਤੁਹਾਨੂੰ ਸਾਈਡ 'ਤੇ ਬਣਾ ਕੇ ਦਿਖਾ ਦੇਣਾ ਇਕੱਲੀ ਚੀਜ਼, ਜਦੋਂ ਇਸ ਤਰ੍ਹਾਂ ਦੋ ਆਪਣੇ ਕੋਲ ਸਮਾਂਤਰ ਰੇਖਾਵਾਂ ਹੈਗੀਆਂ, ਠੀਕ ਹੈ, ਅਤੇ ਇੱਕ ਕਾਟਵੀ ਰੇਖਾ ਹੋਵੇ, ਤਾਂ ਕਾਟਵੀ ਰੇਖਾ ਦੇ ਇੱਕ ਕੋਣ ਉੱਧਰ ਬਣਿਆ ਹੋਵੇ, ਇੱਕ ਇੱਧਰ ਬਣਿਆ ਹੋਵੇ, ਕਿਹੜੇ ਕੋਣ ਹੁੰਦੇ ਆ ਇਹ, ਇਕਾਂਤਰ ਕੋਣ ਹੁੰਦੇ ਨਾ, ਇਹ ਇਕਾਂਤਰ ਮਤਲਬ ਆਲਟਰਨੇਟ ਇੰਟੀਰੀਅਰ ਐਂਗਲ ਹੁੰਦੇ, ਠੀਕ ਹੈ। ਤਾਂ ਇਹ ਇਕੁਅਲ ਹੁੰਦੇ ਹੈਗੇ, ਇਟ ਮੀਨਸ ਜਿੰਨਾ ਵਾਈ ਹੋਊਗਾ ਉਨਾ ਹੀ ਜ਼ੈਡ ਹੋਊਗਾ, ਐਂਡ ਤੁਸੀਂ ਇੱਥੇ ਲਿਖ ਦੋਗੇ, ਅਤੇ ਵਾਈ ਕਾਹਦੇ ਇਕੁਅਲ ਹੈਗਾ, ਜ਼ੈਡ ਦੇ ਇਕੁਅਲ ਹੈਗਾ। ਕਿਉਂ ਇਕੁਅਲ ਹੈਗੇ ਆ ਤੁਸੀਂ ਦੱਸ ਦਿਓ ਨਾਲ ਦੀ ਨਾਲ, ਫਿਰ ਰੀਜ਼ਨ ਦੱਸਣਾ ਕਿਹੜੇ ਕੋਣ ਬਣ ਗਏ, ਇਹ ਇਕਾਂਤਰ ਅੰਦਰਲੇ ਕੋਣ, ਠੀਕ ਹੈ ਜੀ, ਇੰਟੀਰੀਅਰ ਆਲਟਰਨੇਟ ਇੰਟੀਰੀਅਰ ਐਂਗਲ, ਠੀਕ ਹੈ, ਬੋਲਦੇ ਇਹਨੂੰ ਆਪਾਂ। ਅਤੇ ਵਾਈ 60 ਹੈ, ਇਹਦਾ ਜ਼ੈਡ ਵੀ ਕਿੰਨਾ ਆਏਗਾ, ਜ਼ੈਡ ਵੀ ਕਿੰਨਾ ਆਏਗਾ, 60 ਹੀ ਆਏਗਾ, ਵਿਚ ਇੰਪਲਾਈਜ਼ ਦੈਟ ਜ਼ੈਡ ਇਜ਼ ਇਕੁਅਲ ਟੂ 60, ਆਂਸਰ। ਐਕਸ 90 ਆ ਗਿਆ, ਵਾਈ 60 ਆ ਗਿਆ, ਔਰ ਜ਼ੈਡ ਵੀ ਕਿੰਨਾ ਆ ਗਿਆ ਆਪਣੇ ਕੋਲੇ 60 ਆ ਗਿਆ। ਐਕਸ ਵਾਈ ਜ਼ੈਡ ਦੀ ਵੈਲਿਊ ਫਾਈਂਡ ਕਰਨੀ ਸੀ ਆਪਾਂ। ਦਿਸ ਵਾਜ਼ ਦ ਸੈਕਿੰਡ ਪਾਰਟ ਆਫ ਕੁਐਸਚਨ ਨੰਬਰ 2। ਨੈਕਸਟ ਹੈ ਇਸ ਕੁਐਸਚਨ ਦਾ 5th ਪਾਰਟ ਆਪਣੇ ਕੋਲ, ਠੀਕ ਹੈ। 3rd ਅਤੇ 4th ਤੁਸੀਂ ਆਪਣੇ ਆਪ ਟਰਾਈ ਕਰਨੇ ਬੱਚੇ, ਠੀਕ ਹੈ। ਜੇ ਨਾ ਆਉਣਗੇ ਦੁਬਾਰਾ ਪੁੱਛ ਲਿਓ। ਵੈਸੇ ਬਿਲਕੁਲ ਸੇਮ ਕੁਐਸਚਨ ਹੈਗੇ ਆ, ਸੇਮ ਸਾਰਾ ਪ੍ਰੋਸੈਸ ਹੈਗਾ, ਇਹਦੇ ਵਿੱਚ ਵੀ ਸੇਮ ਹੀ ਹੈ। ਮੈਂ ਤੁਹਾਨੂੰ ਸਾਰਾ ਸਮਝਾ ਦਿੰਦਾ ਕੀ ਹੈ। ਕੋਈ ਵੀ ਕੀ ਹੈਗੀ, ਇੱਕ ਆਪਣੇ ਕੋਲ ਸਮਾਂਤਰ ਚਤੁਰਭੁਜ ਹੈਗੀ ਆ, ਔਰ ਸਮਾਂਤਰ ਚਤੁਰਭੁਜ ਸਨਮੁਖ ਕੋਣ ਕੀ ਹੁੰਦੇ, ਬਰਾਬਰ। ਇਟ ਮੀਨਸ ਵਾਈ ਅਤੇ 112 ਕੋਣ ਤਾਂ ਪੂਰੇ ਹੀ ਹੈ। ਇਹ 112 ਅਤੇ ਵਾਈ ਦਾ ਮੁੱਲ ਵੀ ਫਿਰ ਕਿੰਨਾ ਆਏਗਾ, 112 ਹੀ ਆਏਗਾ। ਵਾਈ ਇਜ਼ ਇਕੁਅਲ ਟੂ ਤਾਂ ਕਿੰਨਾ ਆ ਗਿਆ, 112 ਡਿਗਰੀ, ਠੀਕ ਹੈ ਜੀ। ਕਾਰਨ ਕੀ ਲਿਖੋਗੇ ਇਹਦਾ, ਕੀ ਰੀਜ਼ਨ ਲਿਖੋਗੇ, ਬੋਲੋ ਤੁਸੀਂ, ਠੀਕ ਹੈ। ਆਪੇ ਲਿਖਣਾ ਇੱਥੇ ਰੀਜ਼ਨ ਕੀ ਹੈਗਾ, ਸਿਖਰ ਸਨਮੁਖ ਕੋਣ ਹੁੰਦੇ ਆ, ਵੈਰੀ ਆਪਾਂ ਯੂਜ਼ ਕਰ ਚੁੱਕੇ ਵਾਰੀ। ਤੋ ਨੈਕਸਟ ਕੀ ਕਰੋਗੇ, ਐਕਸ ਅਤੇ ਜ਼ੈਡ ਦੀ ਵੈਲਿਊ ਕਿਵੇਂ ਫਾਈਂਡ ਕਰਨੀ। ਦੇਖੋ ਐਕਸ ਅਤੇ ਜ਼ੈਡ ਫਿਰ ਉਹੀ ਕੋਣ ਬਣਦੇ ਪਏ, ਲਾਸਟ ਸਮ ਵਾਲੇ ਇਕਾਂਤਰ ਕੋਣ ਬਣਦੇ ਪਏ ਆ, ਠੀਕ ਹੈ। ਮਤਲਬ ਇਹਨਾਂ ਵਿੱਚੋਂ ਇੱਕ ਕੋਣ ਤੁਸੀਂ ਪਤਾ ਕਰ ਲਓ ਤਾਂ ਤੁਹਾਨੂੰ ਦੂਜਾ ਕੋਣ ਆਪੇ ਪਤਾ ਲੱਗ ਜੂਗਾ।
ਹੁਣ एक पता किवें करोगे, देखो इत्थों एक तरीका तो यही y का मुल आप 112 कढ़ लिया, तो आप ट्रायंगल देख लो, आ वाली ट्रायंगल के 112 आ गया, 40 आ गया, तो एक्स का मुल पता कर लो, वही फार्मूला ला के तो कोण के तिना कोणों का जोड़ कितना होंगे 180 डिग्री, तुसीं की पता कर लोगे इत्थों एक्स का मुल, ठीक है, जिन्ना एक्स आ गया फिर उन्ना Z होगा, रीजन की दसना, एक अंतर कोण सेम, ठीक है, वो नाल जाएगा, तुसीं अपने आप ट्राई करना, क्लीयर है ना। तो ही क्वेश्चन हो गया भी वैरी ईजी है। आप देखते हैं नैक्सट क्वेश्चन नंबर 3। क्वेश्चन नंबर 3 इज़ कहता कि एक चतुर्भुज ABCD समांतर चतुर्भुज हो सकता जेकर D ते B का जोड़ 180 डिग्री बन जाए, D ते B का जोड़ 180 डिग्री बन जाए। हुण तुसीं एक बारी इसे देखो, इस तरह की अपने को एक समांतर चतुर्भुज है, ठीक है जी, कहता एक चतुर्भुज, चलो दोबारा ड्रॉ करते हैं, इतने देखो इस तरह की कहता एक चतुर्भुज ABCD आप ले ली, ठीक है, रफ तुम ड्रॉ कर लेने ABCD का नाम है, एक चतुर्भुज अपन दसिया नहीं भी समांतर चतुर्भुज है या नहीं। हुण एक कंडीशन दी भी कहता जेकर D ते B का जोड़, D ते B का जोड़ 180 डिग्री हो जाए तो कि एक समांतर चतुर्भुज बन जाएगी कि नहीं बन जाएगी, देखना। हुण देखो D ते B का जोड़ 180 डिग्री कदों हो सकता, ਵੱਧ ਤੋਂ ਵੱਧ 180 हो सकता ना, किवें हो सकता है जेकर दोनों 90-90 के होण, है दोनों बराबर, सॉरी अपन दिता चतुर्भुज जिन्ने भी मर्जी होण, जोड़ 180 कहना हो जाए तो कि एक समांतर चतुर्भुज हो सकती है। हुण समांतर चतुर्भुज तुहानूं पता है कि सन्मुख कोण बराबर होंदे, ठीक है, जे बराबर होणगे इट मीनस फिर दोनों किन्ने किन्ने 90-90 के बनणगे, तो जे 90-90 के बन गए तो की बन गया ये, दोबारा देखो एक बारी मैं तुहानूं लास्ट वीडियो च एक एक्टिविटी करके दिखाई सी, इस तरह करके देखो, ये अपने को एक समांतर चतुर्भुज है, ठीक है, क्लीयर है। आप इन्होंने कोणों की गल कर रहे हैं, जेकर इन्होंने दोनों का जोड़ 180 डिग्री बन जाए, 180 तो ही बनूगा जे बराबर होणगे ना, समांतर चतुर्भुज बनूगी, बराबर हो गए तो 90-90 के बन जाएंगे, और जो 90-90 के बन गए तो इसने घूम के बिल्कुल इस तरह की बन जाना है, एक कि शेप बन गई ये आयताकार शेप बन गई, एक अपने को रैक्टेंगुलर शेप बन गई ना, ठीक है, समझ लगी। तो ये 90-90 के कोण हो सकते हैं, बट ये जरूरी नहीं कि 90-90 के होण, दोनों जोड़ 180 बने ही बने, इसलिए ये समचतुर्भुज हो सकता है जेकर दोनों जोड़ 180 डिग्री बनता है, क्योंकि आयत भी एक की हैगी, एक समांतर चतुर्भुज ही होंगी, ठीक है ना, इस तरह करके सी अपने को, ठीक है बच्चे। इट मीनस की है ये पॉसीबल है, उन्होंने कहा समांतर चतुर्भुज हो सकता, तो पहले केस के आप लिख देंगे समांतर चतुर्भुज हो सकता है, परंतु ये जरूरी नहीं कि दोनों सन्मुख कोण जोड़ 180 डिग्री बने, ये जरूरी होंगे कि सन्मुख कोण बराबर होंगे हैं, जोड़ 180 डिग्री हो सन्मुख कोणों का जरूरी नहीं हैगी, तो पर जो होवे तो यह समांतर चतुर्भुज बन सकता, किहड़ा बनूगा, आयत बनूगा, ठीक है, नाले भी पता। सैकेंड केस आप डिस्कस करते हैं, ठीक है, तुसीं लिखना अपने आप। सैकेंड केस है कहता जो AB तो DC दोनों इक्वल हो, AB ए वाली साइड तो DC ए वाली साइड दोनों किन्ने किन्ने 8-8, मान लो ये भी आप 8 सेंटीमीटर ले लिया, ये भी 8 सेंटीमीटर ले लिया, ठीक है जी, तो AD 4 सेंटीमीटर है और BC कितनी हैगी 4.4 सेंटीमीटर, की इस तरह का कोई समांतर चतुर्भुज जिहड़ा है पॉसीबल है, दसो। आप पहली प्रॉपर्टी यही पढ़ी सी कि जो सन्मुख भुजावां की होंदियां अपने कोल बराबर होंदियां, ठीक है, हुण सन्मुख भुजावां होया तो बराबर बन गई 8-8, इधर 4 है तो इधर कितनी बन गई 4.4, पॉसीबल है, नहीं पॉसीबल है, क्योंकि सन्मुख भुजावां बराबर नहीं हैं, ठीक है, लिख दोगे तुसीं। सैकेंड पार्ट किस तरह लिखना मैं दस देना तुहानूं, सैकेंड पार्ट का सोल्यूशन आप किस तरह लिखांगे, AB तो DC तो दोनों 8 सेंटीमीटर है, ये ठीक है, परंतु जिहड़ा सैकेंड पार्ट लिखिया आपां AD गिवन है 4 सेंटीमीटर तो BC गिवन है 4.4, दोनों इक्वल है क्या, नहीं, तो ये इक्वल नहीं है, ठीक है, आप लिख देंगे इत्थे AD इज़ नॉट इक्वल टू BC, ठीक है, सन्मुख भुजावां इहदियां बराबर नहीं हैगियां, इहदा रीजन हो गया, इसलिए ये समांतर चतुर्भुज संभव नहीं है, ठीक है, नहीं बन सकता। तो थर्ड पार्ट पूछा हम, ए कोण 70 डिग्री है, सी कोण 65 डिग्री है, देखो ए कोण तो सी कोण किहड़े कोण बनते हैं, सन्मुख कोण बनते हैं, परंतु दोनों के बराबर दिते हुए उन्हें नहीं दिते हुए, ठीक है। थर्ड पार्ट के भी आप लिख देंगे सन्मुख कोण कोण ए बराबर नहीं है कोण सी दे, बराबर नहीं है ना, किहड़े कोण होंदे है सन्मुख कोण, ठीक है, सन्मुख कोण बराबर नहीं हैं, ठीक है, इत्थे ये कारण हो गया, इसलिए जिहड़ा है ये भी संभव नहीं, संभव इसलिए
ਇੱਕ ਦੇਖੋ ਨਿਸ਼ਾਨ ਹੁੰਦਾ ਸ਼ਾਰਟ ਦੇ ਵਿੱਚ ਆਪਾਂ ਪਾਉਣੇ 3 ਬਿੰਦੀਆਂ, ਇੱਕ ਬਿੰਦੀ ਉੱਪਰ 2 ਥੱਲੇ ਨੂੰ ਬੋਲਦੇ ਆਪਾਂ ਇਸ ਲਈ। ਜੇ ਆਪਣੇ ਕੋਲੇ ਦਿੱਤਾ ਹੁੰਦਾ ਇੱਥੇ ਇੱਕ ਥੱਲੇ 2 ਉੱਪਰ ਨੂੰ ਬੋਲਦੇ ਆਪਾਂ ਕਿਉਂਕਿ, ਕਿਉਂਕਿ ਇਸ ਲਈ ਸੰਭਵ ਨਹੀਂ ਹੈ। ਇਹ ਰੀਜ਼ਨ ਦੱਸਣਾ ਆਪਾਂ ਵੀ ਇਹ ਸੰਭਵ ਨਹੀਂ ਹੈ। ਕਲੀਅਰ ਹੋ ਗਿਆ ਨਾ ਕੁਐਸਚਨ ਪੁੱਤਰ ਜੀ। ਤੇ ਸਾਰੀਆਂ ਪ੍ਰੋਪਰਟੀਜ਼ ਕਲੀਅਰ ਹੋਣਗੀਆਂ, ਆਪਾਂ ਨੂੰ ਦੇਖ ਕੇ ਪਤਾ ਲੱਗ ਜਾਂਦਾ ਵੀ ਬਣ ਸਕਦਾ ਕਿ ਨਹੀਂ ਬਣ ਸਕਦਾ। ਕਲੀਅਰ। ਸੋ ਕੁਐਸਚਨ ਨੰਬਰ 4 ਪੁੱਤਰ ਜੀ ਆਪਾਂ ਦੇਖਦੇ ਹੈਗੇ ਆ, ਦੈਟ ਇਜ਼ ਇੱਕ ਚਤੁਰਭੁਜ ਦਾ ਰਫ ਚਿੱਤਰ ਖਿੱਚੋ ਜੋ ਕਿ ਸਮਾਂਤਰ ਚਤੁਰਭੁਜ ਨਾ ਹੋਵੇ ਪਰ ਜਿਸ ਦੇ 2 ਸਨਮੁਖ ਕੋਣਾਂ ਦੇ ਮਾਪ ਬਰਾਬਰ ਹੋਣ। ਠੀਕ ਹੈ, ਹੁਣ ਦੇਖੋ ਕੰਡੀਸ਼ਨ ਦੱਸਦੀ ਉਹਨੇ ਵੀ ਰਫ ਚਿੱਤਰ ਬਣਾਉਣਾ ਹੈ, ਇੱਕ ਚਤੁਰਭੁਜ 4 ਭੁਜਾਵਾਂ ਵਾਲਾ ਬਣਾਉਣਾ ਹੈਗਾ, ਸਮਾਂਤਰ ਚਤੁਰਭੁਜ ਨਹੀਂ ਹੋਣਾ ਚਾਹੀਦਾ। ਠੀਕ ਹੈ, ਉਹ ਮਤਲਬ ਉਹਦੀਆਂ ਜਿਹੜੀਆਂ ਸਨਮੁਖ ਭੁਜਾਵਾਂ ਬਰਾਬਰ ਹੋਣ ਚਾਹੇ ਨਾ ਹੋਣ, ਪਰੰਤੂ ਇੱਕ ਕਾਰਨ ਦੱਸਤਾ ਉਹਨੇ ਕਿਉਂਕਿ ਇਹਦੇ ਵਿੱਚ ਤਾਂ ਜਿਹੜੇ ਦੋਨੋਂ ਜੋੜੇ ਜਿਹੜੇ ਆਪਾਂ ਦੇਖਦੇ ਸਮਾਂਤਰ ਚਤੁਰਭੁਜ ਕਿਸ ਤਰ੍ਹਾਂ ਦੀ ਹੁੰਦੀ ਹੈ। ਦੁਬਾਰਾ ਫਿਰ ਮੈਂ ਇੱਕ ਵਾਰ ਦੱਸ ਦਿੰਦਾ ਕੀ ਕੰਡੀਸ਼ਨਾਂ ਸੀਗੀਆਂ। ਇਹ ਆਪਣੇ ਕੋਲ ਸਮਾਂਤਰ ਚਤੁਰਭੁਜ ਹੈ, ਇਹਦੇ ਵਿੱਚ ਇਹ ਜੋੜਾ ਵੀ ਬਰਾਬਰ ਹੈਗਾ ਸਨਮੁਖ ਕੋਣਾਂ ਦਾ ਔਰ ਇਹ ਜੋੜਾ ਵੀ ਬਰਾਬਰ ਹੈ। ਹੁਣ ਉਹ ਕਹਿੰਦਾ ਇਸ ਤਰ੍ਹਾਂ ਦਾ ਨਹੀਂ ਬਣਾਉਣਾ ਕੀ ਹੈਗਾ ਆਪਾਂ ਜਿਸ ਦੇ 2 ਸਨਮੁਖ ਕੋਣਾਂ ਦੇ ਮਾਪ ਬਰਾਬਰ ਹੋਣ, ਮਤਲਬ ਕਿ ਇੱਕ ਜੋੜਾ ਕੋਈ ਵੀ ਬਰਾਬਰ ਹੋ, ਚਾਹੇ ਇਹ ਬਰਾਬਰ ਹੋ ਜਾਣ ਚਾਹੇ ਇਹ ਬਰਾਬਰ ਹੋ ਜਾਣ, ਇਸ ਤਰ੍ਹਾਂ ਦਾ ਬਣਾਉਣਾ ਆਪਾਂ। ਠੀਕ ਹੈ, ਤਾਂ ਕਿਸ ਤਰ੍ਹਾਂ ਬਣੇਗਾ ਉਹ ਤੁਸੀਂ ਰਫ ਚਿੱਤਰ ਬਣਾਉਣਾ ਹੈਗਾ। ਠੀਕ ਹੈ, ਲਗਭਗ ਇਸ ਤਰ੍ਹਾਂ ਦਾ ਤੁਸੀਂ ਬਣਾ ਸਕਦੇ ਇਹਨੂੰ, ਕਾਈਟਨੁਮਾ ਬਣੇਗਾ। ਠੀਕ ਹੈ, ਪਤੰਗਨੁਮਾ ਹੈ। ਪਤੰਗ ਦੇ ਵਿੱਚ ਕਹਿੰਦਾ ਲਾਜ਼ਮੀਆਂ ਭੁਜਾਵਾਂ ਦੇ ਜੋੜੇ ਬਰਾਬਰ ਹੁੰਦੇ ਆ, ਇਹ ਵਾਲਾ ਇਹਦੇ ਬਰਾਬਰ ਹੋਊਗਾ। ਠੀਕ ਹੈ, ਔਰ ਤੁਸੀਂ ਇਹਨੂੰ ਜਿਹੜਾ ਹੈਗਾ ਇਹਦੇ ਗਾਂ ਜੁਆਇਨ ਕਰੋਗੇ ਇੱਕ ਪਤੰਗ ਬਣੇਗੀ। ਠੀਕ ਹੈ, ਇੱਕ ਕੀ ਬਣੇਗੀ, ਇੱਕ ਪਤੰਗ ਯਾਨੀ ਕਿ ਕਾਈਟ। ਕਲੀਅਰ। ਇਹਦੇ ਵਿੱਚ ਆਹ ਵਾਲੇ ਜਿਹੜੇ ਕੋਣ ਕੀ ਹੈਗੇ ਆ ਬਰਾਬਰ, ਇਹਨਾਂ ਦੇ ਮਾਪ ਜਦੋਂ ਨੇ ਬਰਾਬਰ ਹੈਗੇ ਆ। ਇੱਥੇ ਆਹ ਤਾਂ ਵੱਡਾ ਬਣੂ ਛੋਟਾ ਬਣੂ, ਇਹ ਬਰਾਬਰ ਨਹੀਂ ਹੈਗੇ, ਪਰੰਤੂ ਇੱਕ ਜੋੜਾ ਬਰਾਬਰ ਹੈ ਤਾਂ ਅਕੋਰਡਿੰਗ ਟੂ ਦਿਸ ਇਸ ਤਰ੍ਹਾਂ ਦਾ ਜਿਹੜਾ ਚਿੱਤਰ ਬਣੇਗਾ। ਠੀਕ ਹੈ, ਤਾਂ ਨੈਕਸਟ ਕੁਐਸਚਨ ਨੰਬਰ ਆਪਣੇ ਕੋਲੇ 5 ਦੇਖਦੇ ਆਪਾਂ। ਕੁਐਸਚਨ ਨੰਬਰ 5 ਕੁਐਸਚਨ ਨੰਬਰ 5 ਪੁੱਤਰ ਜੀ ਆਪਣੇ ਕੋਲੇ ਕੀ ਕਹਿੰਦਾ ਹੈ, ਦੇਖੋ ਕਿਸੇ ਸਮਾਂਤਰ ਚਤੁਰਭੁਜ ਦੇ 2 ਲਾਗਵੇਂ ਕੋਣਾਂ ਦਾ ਅਨੁਪਾਤ ਦਿੱਤਾ ਹੋਇਆ ਆਪਾਂ ਨੂੰ, ਕੀਤਾ ਬੱਚੇ ਅਨੁਪਾਤ। ਠੀਕ ਹੈ ਹਾਂਜੀ, ਕਿਸੇ ਸਮਾਂਤਰ ਚਤੁਰਭੁਜ ਦੇ 2 ਲਾਗਵੇਂ ਕੋਣਾਂ ਦਾ ਅਨੁਪਾਤ ਦਿੱਤਾ ਹੋਇਆ ਆਪਾਂ ਨੂੰ ਕਿੰਨਾ 3:2 ਹੈ। ਕੁਐਸਚਨ ਨੰਬਰ 5 ਕਰ ਰਹੇ ਆਪਾਂ। ਸਮਾਂਤਰ ਚਤੁਰਭੁਜ ਦੇ 2 ਲਾਗਵੇਂ ਕੋਣਾਂ ਦਾ, ਲਾਗਵੇਂ ਕੋਣ ਆਪਾਂ ਹੁਣੇ ਪੜ੍ਹ ਕੇ ਆਏ ਕਿ ਲਾਗਵੇਂ ਕੋਣਾਂ ਦਾ ਜੋੜ ਕਿੰਨਾ ਹੁੰਦਾ 180 ਡਿਗਰੀ ਹੁੰਦਾ, ਆਪਾਂ ਫਾਰਮੂਲਾ ਪੜ੍ਹ ਕੇ ਆਏ। ਠੀਕ ਹੈ, ਤਾਂ ਲਾਗਵੇਂ ਕੋਣ ਕਿਹੜੇ ਬਣਨਗੇ ਦੇਖੋ, ਜਾਂ ਤਾਂ ਫਿਰ ਆਪਾਂ ਗੱਲ ਕਰ ਲਈਏ ਵੀ ਨਾਮ ਲਿਖ ਲਓ ਇੱਥੇ A B C ਤੇ D ਇੱਕ ਸਮਾਂਤਰ ਚਤੁਰਭੁਜ ਹੈ। ਲਾਗਵੇਂ ਕੋਣ ਕਿਹੜੇ ਬਣਨਗੇ, A ਤੇ B ਵੀ ਲਾਗਵੇਂ ਕੋਣ ਬਣ ਸਕਦੇ ਆ, B ਤੇ C ਵੀ ਲਾਗਵੇਂ ਕੋਣ ਬਣ ਸਕਦੇ ਆ, C ਤੇ D ਵੀ ਬਣ ਸਕਦੇ ਆ, D ਤੇ A ਵੀ ਬਣ ਸਕਦੇ, ਕੋਈ ਵੀ ਮਰਜ਼ੀ ਤੁਸੀਂ ਜੋੜਾ ਲੈ ਲਓ। ਦਿੱਤਾ ਹੈ ਆਪਾਂ ਨੂੰ ਅਨੁਪਾਤ ਕਿੰਨਾ 3:2, ਤਾਂ ਮਤਲਬ ਪਹਿਲਾ ਕੋਣ ਵੱਡਾ ਹੈ, ਤੁਸੀਂ ਆਪਾਂ ਆਹ ਦੋਨੇ ਕੋਣ ਲਵਾਂਗੇ B ਤੇ C ਕਿਉਂਕਿ B ਕੋਣ ਵੱਡਾ ਬਣਦਾ। ਠੀਕ ਹੈ, ਆਪਣੇ ਕੋਲ ਇੱਥੇ ਫਿਲਹਾਲ ਤਾਂ 3:2 ਦਿੱਤਾ ਹੋਇਆ। ਮੰਨ ਲਿਆ ਆਪਾਂ ਸੋਲੂਸ਼ਨ ਆਪਾਂ ਕਰਾਂਗੇ ਜਦੋਂ ਹੱਲ ਇਹਦਾ ਕਿਸ ਤਰ੍ਹਾਂ ਬਣੇਗਾ। ਮੰਨ ਲਿਆ ਕੋਣ B ਇੱਥੇ ਕਿੰਨਾ ਆ ਗਿਆ ਆਪਣੇ ਕੋਲ 3:2 ਦਿੱਤਾ ਹੋਇਆ। ਆਪਾਂ ਇਹਦੇ ਨਾਲ ਕੋਈ ਜਿਹੜਾ ਹੈਗਾ ਸਕੇਲਰ ਮਲਟੀਪਲਾਈ ਕਰ ਲੈਂਦੇ ਹਾਂ ਜਾਂ K ਲੈ ਲਓ 3K, ਇੱਕ 3K ਹੋ ਗਿਆ ਤੇ C ਕੋਣ ਜਿਹੜਾ ਆਪਾਂ ਲੈ ਲਿਆ ਕਿੰਨਾ 2K। ਠੀਕ ਹੈ, ਤੁਸੀਂ ਜੇ ਇੱਥੇ ਇਹਨੂੰ ਜਿਹੜਾ ਹੈਗਾ ਨਹੀਂ ਵੀ ਬਣਾਉਂਦੇ ਤੁਸੀਂ ਡਾਇਰੈਕਟ ਵੀ ਲੈ ਸਕਦੇ ਹੋ ਵੀ ਕੋਣ A ਇੰਨਾ ਤੇ ਕੋਣ B ਇੰਨਾ। ਠੀਕ ਹੈ, ਲਾਗਵੇਂ ਕੋਣ ਲੈਣੇ ਨਾਲ ਲੱਗਵੇਂ, A ਤੇ B ਹੋ ਸਕਦਾ, B ਤੇ C ਹੋ ਸਕਦਾ, C ਤੇ D, D ਤੇ A, B ਤੇ D ਨਹੀਂ ਹੋ ਸਕਦਾ। ਇਹ ਕਿਹੜੇ ਸਨਮੁਖ ਕੋਣ ਹੈਗੇ, A ਤੇ C ਨਹੀਂ ਹੋ ਸਕਦਾ ਹੈਗਾ, ਇਹ ਵੀ ਸਨਮੁਖ ਹੈ। ਲਾਗਵੇਂ ਕੋਣ ਕਿਆ ਹੋਣੇ ਆਪਾਂ ਲਾਗਵੇਂ ਕੋਣ ਨਾਲ ਦੀ ਲੈਣੇ ਦੋਨੋਂ। ਅਨੁਪਾਤ ਦਿੱਤਾ ਸੀ 3:2, ਇੱਕ ਨੂੰ ਮੰਨ ਲਿਆ ਆਪਾਂ 3K, ਦੂਜੇ ਨੂੰ ਮੰਨ ਲਿਆ ਆਪਾਂ 2K। ਹੁਣ ਫਾਰਮੂਲਾ ਆਪਾਂ ਨੂੰ ਪਤਾ ਕਿ ਲਾਗਵੇਂ ਕੋਣਾਂ ਦਾ ਜੋੜ ਕਿੰਨਾ ਹੁੰਦਾ ਵੀ 180। ਠੀਕ ਹੈ, ਆਪਾਂ ਜਾਣਦੇ ਹਾਂ ਕਿ ਅਸੀਂ ਜਾਣਦੇ ਹਾਂ ਕਿ ਲਾਗਵੇਂ ਕੋਣਾਂ ਦਾ ਜੋੜ ਕਿੰਨਾ ਹੁੰਦਾ 180 ਡਿਗਰੀ ਹੁੰਦਾ। ਲਾਗਵੇਂ ਕੋਣ ਕਿਹੜੇ ਲਏ ਆਪਾਂ B ਤੇ C, B ਜਮਾ C ਕਿੰਨਾ ਬਣੇਗਾ 180 ਡਿਗਰੀ। ਫਾਰਮੂਲਾ ਲਿਖ ਲਿਆ ਆਪਾਂ ਨੇ, B ਦਾ ਮੁੱਲ ਆਪਾਂ ਲਿਖਿਆ ਸੀ 3K ਔਰ C ਦਾ ਮੁੱਲ ਕਿੰਨਾ ਲਿਖਿਆ ਆਪਾਂ 2K ਬਰਾਬਰ 180 ਡਿਗਰੀ। ਕਿੰਨਾ ਬਣ ਗਿਆ 3 ਤੇ 2 ਵੀ ਆਪਣੇ ਕੋਲ ਜੋੜ ਕੇ ਇਹ 5K ਬਣ ਗਿਆ ਬਰਾਬਰ 180 ਡਿਗਰੀ। ਤੇ K ਦਾ ਮੁੱਲ ਪਤਾ ਕਰਨਾ ਆਪਾਂ ਨੇ, K ਦਾ ਮੁੱਲ ਕਿੰਨਾ ਆ ਜਾਏਗਾ 5 ਨਾਲ ਕੀ ਕਰ ਦਾਂਗੇ ਆਪਾਂ ਇੱਥੇ ਡਿਵਾਈਡ, 180 ਨੂੰ ਆਪਾਂ 5 ਨਾਲ ਭਾਗ ਕੀਤਾ ਕਿੰਨਾ ਆ ਜਾਏਗਾ ਦੇਖੋ 5 ਤੇ 15 5 31 ਤਾਂ 36 ਡਿਗਰੀ ਆ ਗਿਆ ਆਪਣੇ ਕੋਲ K ਦਾ ਮੁੱਲ। ਹੁਣ K ਦਾ ਮੁੱਲ ਆਪਾਂ ਇੱਥੇ ਭਰ ਦਿਆਂਗੇ। ਠੀਕ ਹੈ, ਤਾਂ ਇਸ ਲਈ ਕੋਣ B ਕਿੰਨਾ ਆ ਗਿਆ ਵੀ 3
गुणा के ਦਾ ਮੁੱਲ ਕਿੰਨਾ ਕਰ ਲਿਆ ਆਪਾਂ 36, ਤਾਂ 36 ਤੀਆ ਕਿੰਨੇ ਬਣਨਗੇ 108 डिग्री। ठीक है जी, 36 ਤੀਆ 100, 318 33 9 ਤੇ 1 10 108 लिखना, ठीक है 180 लिखेगा इतने अपना, सॉरी 108 डिग्री। ठीक है 108 डिग्री। तो सी है कितना आ गया अपने को, देखो बई 2 के 2 गुणा 36 कितना बन गया 36 गुना 72 डिग्री। देखो दोनों जोड़ 180 बन गए ना, चेक भी हो गया। आप सारे गुण पता करने से हुण देखो बी कितना आ गया अपने को 108 डिग्री, 108 डिग्री। बी फिर किहदे बराबर आ डी दे, तो मतलब डी का मुल भी कितना आ गया। इसलिए कोण बी बराबर है कोण डी, दोनों किन्ने किन्ने बन गए 108 डिग्री दे। ठीक है, अते दूजे पासे सी किहदे बराबर आ ए दे, ए तो सी बराबर होणगे, इसलिए सी बराबर है ए, तो सी कितना कढ़िया आप 72, ए का मुल भी कितना आ गया 72। बी तो डी दोनों किन्ने किन्ने आ गए 108 डिग्री, सी तो ए किन्ने आ गए दोनों 72 डिग्री। ठीक है जी, ਇਹਦਾ रीजन की हैगा, ਕਿਹੜੇ ਕੋਣ ਸੀ ਇਹ ਸਨਮੁਖ ਕੋਣ ਬਰਾਬਰ ਹੁੰਦੇ ਹਨ। ਠੀਕ ਹੈ, ਇਹ ਆਪਾਂ ਦਾ ਰੀਜ਼ਨ ਜ਼ਰੂਰ ਲਿਖਣਾ ਹਰੇਕ ਦੇ ਵਿੱਚ। ਜੇ ਰੀਜ਼ਨ ਆਪਾਂ ਨੂੰ ਪਤਾ ਹੋਣਗੇ ਤਾਂ ਆਪਾਂ ਕਦੇ ਡੋਲਦੇ ਨਹੀਂ, ਤਾਂ ਕੁਐਸਚਨ ਜਿਹੜਾ ਗਲਤ ਵੀ ਨਹੀਂ ਹੋ ਕਰੇ। ਠੀਕ ਹੈ ਪੁੱਤਰ ਜੀ, ਤਾਂ ਲਾਸਟ ਜਿਹੜਾ ਹੈਗਾ ਅੱਜ ਦਾ ਕੁਐਸਚਨ ਆਪਾਂ ਕਰਦੇ, ਕੁਐਸਚਨ ਨੰਬਰ 6 ਹੈਗਾ ਆਪਣੇ ਕੋਲ, ਦੈਟ ਇਜ਼ कि किसी समांतर चतुर्भुज के दो लागवें कोणों का माप बराबर है। बिल्कुल सेम आ गया, उत्थे भी अपन लागवें कोण की गल की, ये भी लागवें कोण की गल की है। उत्थे दिता है अपन दोवां दा अनुपात, इत्थे लिखता भी दोनों के जिहड़े माप की हैगे आ बराबर है, लागवें कोणों के माप बराबर है। हुण लागवें कोण भी जो बराबर हो गए, देखो सन्मुख कोण तो पहले ही बराबर होंगे आ, तो लागवें भी बराबर हो गए तो की बन जाएगा ये, एक प्रैक्टिकली सोचो। ठीक है, मैं एक बार एक्टिविटी करके देखते हैं वही कि अपने को इस तरह की एक समांतर चतुर्भुज है, ये है एक समांतर चतुर्भुज पैरेललोग्राम है। तो ये जो लागवें कोण देखो, लागवें कोण तो ये बन दोनों बने, ये वाला कोण तो ये वाला कोण लागवें कोण बनते हैं। तो जे ये दोनों कोणों के माप भी बराबर हो गए तो फिर किस तरह बराबर होंगे, देखो ये इस तरह करके जो घूम जूगा, तो हुण जिहड़े बराबर हो गए दोनों के माप। ठीक है, अपने को ये हो गए बराबर। तो ये दोनों कोण जो बराबर हो गए, तो लागवें कोण का जोड़ कितना होंदा, पहले ये पता अपन को कितना होंदा 180 डिग्री होंदा हैगा। दोनों 90-90 बन गए, जे दोवें 90 तो ऑटोमैटिकली ये भी 90 बन जाने, तो बन की गई है एक आयत ही बन गई, आयत बन गई ना। तो वैसे आप आयत नूं एक समांतर चतुर्भुज कह सकते हैं। ठीक है, क्योंकि ये समांतर चतुर्भुज वाले सारे गुण है। हालांकि समांतर चतुर्भुज नूं आप आयत नहीं कह सकते, आयत नूं समांतर चतुर्भुज कह सकते हैं। ठीक है, सो गल नूं फॉलो करना पुत्र जी। क्वेश्चन तुसीं अपने आप ट्राई कर लोगे आई थिंक, है ना, दस देना किस तरह करना स्टार्टिंग है। सो अपन लिखना है इत्थे लागवें कोण। ठीक है जी, लागवें कोण तुसीं उस तरह ही जिहड़े मर्जी दो कोण मान लो, कोण ए ले लिया आपां। ठीक है, मान लिया, दैट कर लिया, मान लिया कोण ए x डिग्री है। ठीक है जी, है दोनों बराबर दिते हुए हैं, तो इट मीनस बी भी फिर कितना आएगा x ही आएगा, कोण बी भी कितना आ गया x डिग्री हो गया। तो आपको ये पता कि लागवें कोण का जोड़ कितना होंदा 180। ठीक है, आप इत्थे लिख देंगे क्योंकि कोण ए प्लस बी कितना होंदा 180, क्योंकि ए तो बी किहड़े कोण दे लाए आपां लागवें कोण। ठीक है, ये लागवें कोण। ठीक है जी, तो लागवें कोण। ठीक है, हुण दोनों है किन्ने किन्ने ले है x डिग्री, ये भी x डिग्री हैगा, और इसका मुल भी कितना है x डिग्री बराबर कितना बन गया 180। एक तो कितना बन गया 2x डिग्री इज इक्वल टू 180। ठीक है, x का मुल कढ़ांगे तो 180 में आप 2 नाल की करांगे, इधर आके भाग कट के कितना आ गया 90। इसका मतलब x का मुल कितना आ गया 90 आ गया। आप यही गल की सी, देखो प्रैक्टिकली भी मतलब गल सोच के देखो, जो कहता पाया थोड़े दिमाग से अपने जिहड़ा हैगा आइडिया आ जाऊगा भी की बनेगा, वो कंसैप्ट को चंगी तरह समझना आप। सो लास्ट वीडियो फिर मैं रिकमेंड करदा चंगी तरह देखो, ये भी थोड़ी प्रैक्टिस बहुत हो रही है, थोड़ा बहुत कुछ ये भी क्लीयर हो गया होगा, है ना। सो x इज इक्वल टू 90 आ गया, इसका मतलब ए भी 90 और बी भी 90। ठीक है, सो की आ गया अपने को कोण ए तो बी दोनों किन्ने किन्ने आ गए 90-90 आ गए। और जो ए तो बी 90-90 है, फिर सामने वाले कोण किहड़े किहड़े होणगे। ठीक है, पहले देखा सीगा ए सामने किहड़ा हुंदा सी और बी के सामने किहड़ा हुंदा डी, अते कोण ए बराबर है कोण सी। ठीक है जी, और कोण बी बराबर है कोण डी, और ये दोनों भी 90-90 आ गए। ठीक है जी, और ये दोनों भी किन्ने आ गए 90-90 डिग्री। इसका मतलब चारे कोण 90 के बन गए। देखो तो चारे कोण 90 के बन गए, तो की बन गया एक अपने को आयत बन गई। ठीक है, सो आप लिख सकते हैं इसलिए ए बी सी डी एक
आयताकार आयताकार समांतर चतुर्भुज बनती है। क्लीयर होगी ना गल भी, 4 कोण 90 के बन गए तो इस तरह का बन गया अपने को, देख सकते हैं आप 4 कोण 90 हो गए। सो दिस इज़ द क्वेश्चन नंबर 6 पुत्र जी, ठीक है। नैक्सट क्वेश्चन आप नैक्सट वीडियो करांगे पुत्र जी, ठीक है। सो तुसीं सारे क्वेश्चन ध्यान नाल करने है, जिहड़े क्वेश्चन आप छड्डे है ध्यान नाल तुसीं अपने आप ट्राई भी करने है, ठीक है। और जिहड़े बेसिक्स चंगी तरह सीखने है, जिहड़े हजे भी नहीं भी सीखे ਉਹਦੇ वास्ते लास्ट वीडियो चंगी तरह देखो, ठीक है। तुहाडी बुक दे विच भी सारा कुछ लिखिया होया, तुसीं उत्थों स्टडी कर सकते हैं, बहुत वधिया तरीके नाल ईजीली समझाया गया तुहानूं। सो कोशिश करो उन्होंने वधिया तरीके नाल सीखण दी, ठीक है जी। बेसिक्स तुहानूं समझ लग गए, कंसैप्ट दिमाग 'च पै गया, कदे भी तुसीं कोई क्वेश्चन जिहड़ा गलत नहीं करोगे, ठीक है जी। सो थैंक यू बेटा जी। वीडियो ਨੂੰ ਵੱਧ ਤੋਂ ਵੱਧ ਨਾਲ ਦੇ ਬੱਚਿਆਂ ਨੂੰ ਸ਼ੇਅਰ ਕਰਿਆ ਕਰੋ ਪੁੱਤਰ ਜੀ, ਠੀਕ ਹੈ। ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਥੈਂਕ ਯੂ, ਥੈਂक्स फॉर वॉचिंग। मिलते हैं नैक्सट वीडियो। थैंक यू बेटा जी, गॉड ब्लेस यू।